Hello. In this video lecture, we will be continuing up our last topic, that is ballast. So let's see what are types of ballast. So there are various type of materials used for ballast. Some of are listed below: broken stone, gravel, ashes or cinders, sand, muram, kankar, brick ballast, blast furnace slag, selected earth. So we are switching it over to one by one. So let's first switch over to broken stone. So the stone which is non-porous, hard, angular, and does not flake when broken should be used as ballast. So broken stone ਦਾ simple ਮਤਲਬ ਪੱਥਰ, ਠੀਕ ਹੈ ਜੀ, ਜਿਹਨੂੰ ਅਸੀਂ ਪੱਥਰ ਕਹਿੰਦੇ, ਪੱਥਰ ਨੂੰ ਤੋੜਨ ਦੇ ਨਾਲ ਉਹਦੇ ਕੀ ਫੰਕਸ਼ਨਸ ਹੋਣਗੇ, ਮਤਲਬ ਉਹ ਕਿਹੋ ਜਿਹਾ ਪੱਥਰ ਹੋਣਾ ਚਾਹੀਦਾ ਕਿ ਅਸੀਂ ਉਹਨੂੰ ਐਜ਼ ਅ ਬ੍ਰੋਕਨ ਸਟੋਨ ਯੂਜ਼ ਕਰ ਸਕੀਏ, ਵਿਚ ਸ਼ੁੱਡ ਬੀ ਨਾਨ ਪੋਰਸ, ਉਹਦੇ ਵਿੱਚ ਪਾਣੀ ਨਹੀਂ ਰਿਸਣਾ ਚਾਹੀਦਾ, ਹਾਰਡ, ਉਹ ਲੋਡ ਚੱਕਣ ਵਾਲਾ ਹੋਵੇ, ਐਂਗੂਲਰ, ਤਾਂ ਜੋ ਉਹਨਾਂ ਦੇ ਵਿੱਚ ਜਿਹੜੀਆਂ ਬੌਂਡਿੰਗ ਨੇ ਉਹ ਜ਼ਿਆਦਾ ਹੋ ਸਕੇ, ਐਂਡ ਡਜ਼ ਨਾਟ ਫਲੇਕ। ਫਲੇਕ ਦਾ ਮਤਲਬ ਹੁੰਦਾ ਇੱਦਾਂ, ਦਿਸ ਇਟ ਇਜ਼ ਕਾਲਡ ਫਲੈਕੀ ਜਾਂ ਫਲੇਕ। ਜਦੋਂ ਟੁੱਟੇ ਤਾਂ ਉਹ ਇੱਕ ਪਲੇਨ ਦੇ ਵਿੱਚ ਨਾ ਟੁੱਟੇ, ਮਤਲਬ ਇਟ ਸ਼ੁੱਡ ਨਾਟ ਲਾਈਕ ਦਿਸ, ਇਦਾਂ ਪਲੇਨ ਦੇ ਵਿੱਚ ਨਾ ਟੁੱਟੇ। ਉਹੋ ਜਿਹਾ ਜਿਹੜਾ ਸਟੋਨ ਹੈ ਸਾਨੂੰ ਐਜ਼ ਅ ਬੈਲਸਟ ਯੂਜ਼ ਕਰਨਾ ਚਾਹੀਦਾ। ਸਮ ਆਫ ਦ ਐਗਜ਼ਾਮਪਲਸ ਆਰ ਗ੍ਰੇਨਾਈਟ, ਕੁਆਰਟਜ਼ਾਈਟ, trap. These are the examples of broken stone which are very good for ballast point of view. So these are the sizes ranging from 5 centimeter to 2 centimeter, right? So in ਮਤਲਬ 50 mm to 20 mm ਤੱਕ ਦਾ ਜਿਹੜਾ ਸਾਡੇ ਕੋਲ ਬੈਲਸਟ ਹੈ ਉਹ ਸਭ ਤੋਂ ਵੱਧ ਸਾਡੇ ਸਟਰਕਚਰ ਨੂੰ ਸਟੇਬਿਲਿਟੀ ਪ੍ਰੋਵਾਈਡ ਕਰਦਾ। ਹਾਂਜੀ, ਪਰ ਇਹਦੇ ਵਿੱਚ ਇੱਕ ਪੁਆਇੰਟ ਹੈ ਕਿ ਇਨੀਸ਼ੀਅਲ ਕਾਸਟ ਇਹਦੀ ਜ਼ਿਆਦਾ ਆ, ਪਰ ਲੌਂਗ ਰਨ ਦੇ ਵਿੱਚ ਚੱਲਦੇ ਨੇ ਜੇਕਰ ਅਸੀਂ ਇਹ ਦੇਖੀਏ, ਰਾਈਟ। ਇਹਦੀ ਸੁਟੇਬਿਲਿਟੀ ਕੀ ਆ, ਜੇ ਨਾ ਇੰਡੀਆ ਦੇ ਵਿੱਚ ਉਹਨਾਂ ਟਰੈਕਸ ਦੇ ਉੱਤੇ ਅਸੀਂ ਬ੍ਰੋਕਨ ਸਟੋਨ ਯੂਜ਼ ਕਰਦੇ ਹਾਂ ਜਿੱਥੇ ਕਿ ਹਾਈ ਸਪੀਡ ਟ੍ਰੇਨਸ ਚੱਲੀਆਂ ਹੁੰਦੀਆਂ। ਹਾਈ ਸਪੀਡ ਅਸੀਂ ਟ੍ਰੇਨਸ ਕਦੀ ਨਹੀਂ ਕਹਿੰਦੇ, ਅਸੀਂ ਹਮੇਸ਼ਾ ਹਾਈ ਸਪੀਡ ਟਰੈਕਸ ਕਹਿੰਦੇ, ਕਿਉਂਕਿ ਟਰੈਕਸ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਜਾਂਦੇ ਕਿ ਉਹਨਾਂ ਤੇ ਟ੍ਰੇਨ ਦੀ ਸਪੀਡ ਜਿਹੜੀ ਆ ਵਧਾਈ ਜਾਂਦੀ ਆ, ਰਾਈਟ। ਸੋ ਦੀਜ਼ ਆਰ ਹਾਈ ਸਪੀਡ ਟਰੈਕਸ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਸੋ ਦੀਜ਼ ਆਰ ਦ ਐਗਜ਼ਾਮਪਲਸ ਆਫ ਸਟੋਨ ਬੈਲਸਟ ਐਟ ਟਰੈਕ। ਨਾਓ ਨੈਕਸਟ ਇਜ਼ ਗ੍ਰੇਵਲਸ। ਸਟੋਨ ਬੈਲਸਟ ਤੇ ਗ੍ਰੇਵਲਸ ਦੇ ਵਿੱਚ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਕੋਈ ਫਰਕ ਨਹੀਂ ਹੁੰਦਾ, ਸਿਰਫ ਸਾਈਜ਼ ਦਾ ਹੀ ਫਰਕ ਹੈ। ਜਿਵੇਂ ਹੀ ਸਟੋਨ ਆ ਉਵੇਂ ਹੀ ਗ੍ਰੇਵਲ ਆ, ਬਟ ਸਮ ਆਫ ਦਾ ਕਹਿ ਲਓ ਉਹਨਾਂ ਦੀਆਂ ਪ੍ਰੋਪਰਟੀਜ਼ ਮਾੜੀਆਂ ਮੋਟੀਆਂ ਵੇਰੀ ਕਰਦੀਆਂ। ਸੋ the second best material used for ballast is gravel, right, which is being in rank to broken stone due to its suitability. It consists of smooth rock fragments, ਉਹ stone ਵੀ rock fragments ਹੁੰਦੇ ਨੇ, but ਜਿਹੜੇ gravels ਨੇ ਉਹ ਵੀ rock fragments ਨੇ, ਪਰ ਉਹ ਥੋੜੇ ਜਿਹੇ smooth ਹੁੰਦੇ ਨੇ। obtained from river beds। ਗੱਲ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਕਿ ਜਿਹੜੇ ਸਾਡੇ ਕੋਲੋਂ ਸਟੋਨਸ ਨੇ ਉਹ ਜ਼ਿਆਦਾਤਰ ਸਾਡੇ ਕੋਲੋਂ ਰੌਕਸ ਦੇ ਕੋਲੋਂ ਮਿਲਦੇ ਨੇ, ਤੇ ਜਿਹੜੇ ਸਾਡੇ ਕੋਲ ਸਾਨੂੰ ਗ੍ਰੇਵਲਸ ਨੇ ਉਹ ਕਿੱਥੋਂ ਮਿਲਦੇ ਨੇ, ਰਿਵਰ ਬੈਡਸ ਤੋਂ ਜਾਂ ਗ੍ਰੇਵਲ ਪਿਟਸ ਤੋਂ। ਇਹਨਾਂ ਦਾ ਸਾਈਜ਼ ਜ਼ਿਆਦਾਤਰ 6 ਸੈਂਟੀਮੀਟਰ ਤੋਂ ਜ਼ਿਆਦਾ ਹੁੰਦਾ। ਉਸ ਤੋਂ ਬਾਅਦ ਉਹਨੂੰ ਅਸੀਂ ਆਪਣੇ ਇੰਟਰਲੌਕਿੰਗ ਦੇ ਲਈ ਕਹਿ ਲਓ, ਇੰਟਰਲੌਕਿੰਗ ਐਕਸ਼ਨ ਨੂੰ ਵਧਾਉਣ ਦੇ ਲਈ ਜਾਂ ਆਪਣੀ ਸੁਟੇਬਿਲਿਟੀ ਦੇ ਲਈ ਅਸੀਂ ਉਹਨੂੰ ਰਿਕੁਆਇਰਡ ਸਾਈਜ਼ ਦੇ ਵਿੱਚ ਤੋੜ ਲੈਂਦੇ ਹਾਂ, ਬਟ ਜਿਹੜੇ ਜਨਰਲੀ 6 ਸੈਂਟੀਮੀਟਰ ਤੋਂ ਵੱਧ ਹੁੰਦੇ ਨੇ ਉਹਨਾਂ ਨੂੰ ਅਸੀਂ ਗ੍ਰੇਵਲਸ ਕੰਸੀਡਰ ਕਰਦੇ ਹਾਂ। ਅਗਰ ਸੋਇਲ ਐਂਡ ਫਾਊਂਡੇਸ਼ਨ ਦੇ ਸਬਜੈਕਟ ਦੇ ਅਕੋਰਡਿੰਗਲੀ ਚੱਲੀਏ ਤਾਂ IS ਸਪੈਸੀਫਿਕੇਸ਼ਨਸ ਕਹਿੰਦੀਆਂ ਨੇ 4.75 mm ਤੋਂ ਲੈ ਕੇ 80 mm ਤੱਕ ਦੇ ਜਿੰਨੇ ਵੀ ਸਟੋਨ ਪਾਰਟੀਕਲਸ ਨੇ, these are all gravels, right? So these are largely used in India. ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਯੂਜ਼ ਕੀਤੇ ਜਾਂਦੇ ਨੇ। ਤੁਸੀਂ ਵੀ ਦੇਖੋਗੇ ਸਾਡੇ ਜਿਹੜੇ ਪਾਰਟੀਕਲ ਸਾਈਜ਼ ਨੇ ਜਿਹੜੇ ਰੇਲਵੇ ਟਰੈਕਸ ਦੇ ਵਿੱਚ ਪਏ ਹੋਏ ਨੇ ਉਹ ਇੰਨੇ ਸਾਈਜ਼ ਦੇ 5 ਸੈਂਟੀਮੀਟਰ, 6 ਸੈਂਟੀਮੀਟਰ, 4 ਸੈਂਟੀਮੀਟਰਸ ਦੇ ਬੈਲਸਟ ਨੇ, ਰਾਈਟ। ਤੇ ਅਦਰ ਕੰਟਰੀਜ਼ ਦੇ ਵਿੱਚ ਵੀ ਮੈਜੋਰਿਟੀ ਆਫ ਦਾ ਥਾਵਾਂ ਦੇ ਉੱਤੇ ਗ੍ਰੇਵਲਸ ਨੂੰ ਯੂਜ਼ ਕੀਤਾ ਜਾਂਦਾ, ਪਰ ਅੱਜ ਕੱਲ੍ਹ ਤਾਂ ਉਹ ਵੀ ਟਰੈਕਸ ਆ ਗਏ ਨੇ ਜਿਨ੍ਹਾਂ ਦੇ ਵਿੱਚ ਅਸੀਂ ਬੈਲਸਟ ਪਾਉਂਦੇ ਹੀ ਨਹੀਂ, ਦੈਟ ਆਰ ਕਾਲਡ ਬੈਲਸਟ ਲੈਸ ਟਰੈਕਸ। ਸੋ ਵਿਲ discuss it later on. So these are gravels, right? ਕੀ ਸਾਈਜ਼ ਹੈ ਉਹਨੂੰ ਅਸੀਂ ਕਿਵੇਂ ਕਿਵੇਂ ਕ੍ਰਸ਼ ਕਰਦੇ ਹਾਂ, ਕਿੰਨੇ ਕਿੰਨੇ ਸਾਈਜ਼ ਤੱਕ ਅਸੀਂ ਲੈ ਕੇ ਜਾ ਸਕਦੇ ਹਾਂ। ਬੇਸਿਕਲੀ ਜਿਹੜਾ ਆਹ ਵਾਲਾ ਪੋਰਸ਼ਨ ਹੈ ਇਟ ਇਜ਼ ਨਾਟ ਯੋਰ ਗ੍ਰੇਵਲਸ, ਜਾਂ ਕਹਿ ਲਓ ਗ੍ਰੇਵਲਸ ਦੀ ਪੂਰੀ ਕ੍ਰਸ਼ਡ ਫਾਰਮ ਆਇਆ,
ਪਰ ਜਿਹੜਾ ਆਪਣੇ ਲਈ ਸੁਟੇਬਲ ਆ ਇਹੋ ਜਿਹੇ ਗ੍ਰੇਵਲਸ ਨੇ ਐਂਗੂਲਰ ਵੀ ਹੋਣ, ਪਾਰਟੀਕਲ ਸਾਈਜ਼ ਵੀ ਉਹਨਾਂ ਦਾ ਠੀਕ ਹੋਵੇ, ਉਹ ਪ੍ਰੋਪਰ ਸਟੇਬਿਲਿਟੀ ਵੀ ਪ੍ਰੋਵਾਈਡ ਕਰ ਸਕਣ, ਰਾਈਟ। ਸੋ ਨੈਕਸਟ ਇਜ਼ ਐਸ਼ਿਜ਼ ਔਰ ਸਿੰਡਰਸ। ਐਸ਼ਿਜ਼ ਜਾਂ ਸਿੰਡਰਸ ਬੇਸਿਕਲੀ ਹੁੰਦੇ ਕੀ ਨੇ ਕਿ ਜਿਹੜੇ ਅਸੀਂ ਪਹਿਲਾਂ ਲੋਕੋਮੋਟਿਵਸ ਜਿਹੜੀਆਂ ਚੱਲਦੀਆਂ ਸੀ ਜਾਂ ਜਿਹੜੀਆਂ ਭੱਠੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਜਿੱਥੇ ਕਿ ਕੋਲ ਨੂੰ ਜਲਾਉਣ ਤੋਂ ਬਾਅਦ ਜਿਹੜਾ ਰੈਜ਼ੀਡਿਊ ਰਹਿ ਜਾਂਦਾ ਸੀ ਦੈਟ ਆਰ ਕਾਲਡ ਐਸ਼ਿਜ਼ ਔਰ ਸਿੰਡਰਸ, ਰਾਈਟ। ਇਹ ਯੂਨੀਵਰਸਲ ਟਾਈਪ ਦਾ ਬੈਲਾਸਟ ਸੀ, ਪਹਿਲਾਂ ਯੂਜ਼ ਬਹੁਤ ਜ਼ਿਆਦਾ ਕੀਤਾ ਜਾਂਦਾ ਸੀ। ਕਿਉਂ? ਕਿਉਂਕਿ ਸਾਡੇ ਕੋਲ ਜਿਹੜੀਆਂ ਰੇਲਵੇਜ਼ ਸੀ ਜਾਂ ਰੇਲਵੇ ਟਰੈਕ ਸੀ, ਇੰਜਨ ਸੀ, ਸਾਰੇ ਸਟੀਮ ਇੰਜਨ ਸੀ, ਉਹਦੇ ਵਿੱਚ ਉਹਨਾਂ ਨੇ ਕੋਲ ਜਲਾਣਾ ਹੀ ਸੀ। ਸੋ ਉੱਥੋਂ ਸਾਡੇ ਕੋਲ ਜਿਹੜਾ ਬਾਈ ਪ੍ਰੋਡਕਟ ਉਹਨਾਂ ਦਾ ਆ ਜਾਂਦਾ ਸੀ, ਉਹਨਾਂ ਦਾ ਜਿਹੜਾ ਰੈਜ਼ੀਡਿਊ ਆ ਜਾਂਦਾ ਸੀ, ਉਹਨੂੰ ਅਸੀਂ ਐਜ਼ ਏ ਬੈਲਸਟ ਇਨ ਰੇਲਵੇ ਟਰੈਕ ਯੂਜ਼ ਕਰ ਲੈਂਦੇ ਸੀ। ਸਾਡੇ ਲਈ ਇਕਨੋਮਿਕਲ ਵੀ ਪੈਂਦਾ ਸੀ, ਸਾਨੂੰ ਈਜ਼ੀਲੀ ਅਵੇਲੇਬਲ ਵੀ ਹੁੰਦਾ ਸੀ, ਕਿਉਂਕਿ ਹਰ ਪਾਸੇ ਚੱਲਣੀਆਂ ਹੀ ਉਹ ਟ੍ਰੇਨਸ ਸਟੀਮ ਇੰਜਨ ਵਾਲੀਆਂ। ਸੋ ਨੈਕਸਟ ਇਜ਼ ਸੁਟੇਬਿਲਿਟੀ ਕੀ ਆ। ਜ਼ਿਆਦਾਤਰ ਇਹ ਜਿਹੜੇ ਬੈਲਾਸਟ ਨੇ ਸਟੇਸ਼ਨ ਯਾਰਡ, ਸਾਈਡਿੰਗਸ, ਫੁੱਟਪਾਥ, ਮੇਨ ਟਰੈਕਸ ਤੋਂ ਇਲਾਵਾ ਇਹਨੂੰ ਆਸੇ-ਪਾਸੇ ਹੋਰ ਕਿਤੇ ਵੀ ਯੂਜ਼ ਕਰ ਲਿਆ ਜਾਂਦਾ ਸੀ, ਕਿਉਂਕਿ ਮੇਨ ਟਰੈਕਸ ਦੇ ਵਿੱਚ ਬੇਸਿਕਲੀ ਇਹ ਹੈ ਅਸੀਂ ਉਹਦੇ ਵਿੱਚ ਸਟੇਬਿਲਿਟੀ ਦੇ ਚਾਂਸਸ ਨਹੀਂ ਲੈ ਸਕਦੇ, ਠੀਕ ਆ। ਔਰ ਓਬਵੀਅਸਲੀ ਜਦੋਂ ਅਸੀਂ ਕੋਲ ਨੂੰ ਬਰਨ ਕਰਨ ਤੋਂ ਬਾਅਦ ਉਹਦਾ ਰੈਜ਼ੀਡਿਊ ਕੱਢਦੇ ਹਾਂ, ਉਹ ਇੰਨਾ ਵੀ ਜ਼ਿਆਦਾ ਸਟੇਬਲ ਨਹੀਂ ਹੁੰਦਾ। ਉਹਦੇ ਵਿੱਚ ਜਿਹੜੇ ਮਤਲਬ ਉਹਦੀ ਕ੍ਰਸ਼ਿੰਗ ਸਟਰੈਂਥ ਉਨੀ ਨਹੀਂ ਹੁੰਦੀ ਜਿੰਨੀ ਸਾਨੂੰ ਸਾਡੇ ਟਰੈਕ ਦੇ ਲਈ ਚਾਹੀਦੀ ਹੈ। ਸੋ ਦੈਟਸ ਵਾਈ ਇਟ ਇਜ਼ ਯੂਜ਼ਡ ਫॉर ਨॉन ਮੇਨ ਟਰੈਕਸ, ਮਤਲਬ ਜਿਹੜੇ ਕਿ ਸਾਨੂੰ ਬਹੁਤੇ ਜ਼ਿਆਦਾ ਰਿਕੁਆਇਰਡ ਨਹੀਂ ਹੁੰਦੇ, ਪਰ ਹਾਂ ਛੋਟੇ ਮੋਟੇ ਟਰੈਕਸ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ। ਦਿਸ ਇਜ਼ ਐਗਜ਼ਾਮਪਲ ਆਫ ਐਸ਼ ਔਰ ਸਿੰਡਰ as you see in picture. Next is sand, ਰੇਤਾ, ਜੋ ਆਪਾਂ ਆਮ ਤੌਰ ਦੇ ਉੱਤੇ ਦੇਖਦੇ ਹਾਂ। It is reasonably a good material, ballast ਦੇ ਲਈ good material ਤਾਂ ਹੈ, but ਅਸੀਂ ਇਹਦੇ ਵਿੱਚ ਰੇਤਾ ਵੀ ਦੋ ਤਰੀਕੇ ਦਾ ਹੁੰਦਾ, one is coarse sand and another is fine sand. So ਆਪਾਂ ਕਿਹੜਾ use ਕਰਦੇ ਹਾਂ? We'll use coarse sand for serving the purpose of ballast. ਆਪਾਂ ਕੋਰਸ ਸੈਂਡ ਯੂਜ਼ ਕਰਦੇ ਹਾਂ, ਫਾਈਨ ਸੈਂਡ ਯੂਜ਼ ਨਹੀਂ ਕਰਦੇ। ਬਟ ਇਹ ਓਬਵੀਅਸਲੀ ਸਿਰਫ ਉੱਥੇ ਹੀ ਯੂਜ਼ ਕੀਤੇ ਜਾਂਦੇ ਆ ਜਿੱਥੇ ਕਿ ਸਾਡੇ ਸਲੀਪਰਸ ਆ, ਜਿਹੜੇ ਥੋੜ੍ਹੇ ਜਿਹੇ ਪੌਟ ਟਾਈਪ ਸਲੀਪਰਸ ਹੁੰਦੇ ਨੇ। ਕਿਉਂ? ਉਹਦਾ ਰੀਜ਼ਨ ਕੀ ਹੈ? ਕਿਉਂਕਿ ਸਾਨੂੰ ਪਤਾ ਸੈਂਡ ਜੇ ਅਸੀਂ ਆਮ ਤੌਰ ਦੇ ਉੱਤੇ ਕਿਤੇ ਵੀ ਸਟੈਕ ਕਰਕੇ ਵੀ ਰੱਖ ਦਈਏ ਤਾਂ ਬਹੁਤ ਜ਼ਿਆਦਾ ਖਿੱਲਰ ਜਾਂਦੀ ਹੈ। ਸੇਮ ਉਹੀ ਡਰ ਸਾਡੇ ਟਰੈਕ ਦੇ ਵਿੱਚ ਹੁੰਦਾ। ਜਿਸ ਬੈਲਸਟ ਨੇ ਸਾਡੇ ਟਰੈਕ ਨੂੰ ਸਟੇਬਿਲਿਟੀ ਪ੍ਰੋਵਾਈਡ ਕਰਨੀ ਹੈ, ਜੇ ਉਹ ਹਵਾ ਦੇ ਨਾਲ ਹੀ ਇੱਧਰ ਉੱਧਰ ਉੱਡ ਕੇ ਜਾ ਰਿਹਾ ਆ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਊਗਾ। ਸੋ ਇਟ ਇਜ਼ only used in unimportant tracks or temporary tracks, ਜਿਹੜੇ ਕਿ ਥੋੜੀ ਦੇਰ ਲਈ ਬਣਾਏ ਜਾਂਦੇ ਆ, ਉਹਨਾਂ ਟਰੈਕਸ ਦੇ ਵਿੱਚ ਹੀ ਅਸੀਂ ਸੈਂਡ ਨੂੰ ਯੂਜ਼ ਕਰਦੇ ਹਾਂ, unless it is not used for main tracks. ਸੋ ਮੇਨ ਟਰੈਕਸ ਦੇ ਲਈ ਜੋ ਆਪਾਂ ਪਹਿਲੇ ਦੋ ਪੜ੍ਹੇ ਆ, ਗ੍ਰੇਵਲਸ ਤੇ ਸਟੋਨ ਵਾਲੇ ਹੀ ਬੈਸਟ ਨੇ। ਉਸ ਤੋਂ ਇਲਾਵਾ ਬਾਕੀ ਸਾਰੇ ਜਿੰਨੇ ਵੀ ਹੁਣ ਆਪਾਂ ਅੱਗੇ ਪੜਾਂਗੇ ਵੀ these are all you can say ਉਹਨਾਂ ਦੀ ਐਬਸੈਂਸ ਦੇ ਵਿੱਚ ਅਸੀਂ ਇਹ ਯੂਜ਼ ਕਰ ਸਕਦੇ, ਜੇ ਉਹ ਅਵੇਲੇਬਲ ਨਹੀਂ ਹੈਗੇ, ਨਹੀਂ ਤਾਂ ਅਸੀਂ ਉਹੀ ਯੂਜ਼ ਕਰਾਂਗੇ, ਜਾਂ ਫਿਰ ਜਦੋਂ ਕੋਈ ਅਨਇੰਪੋਰਟੈਂਟ ਟਰੈਕ ਆ ਤਾਂ ਉੱਥੇ ਅਸੀਂ ਇਹ ਯੂਜ਼ ਕਰ ਸਕਦੇ ਹਾਂ। ਨੈਕਸਟ ਇਜ਼ ਮੂਰਮ। ਮੂਰਮ ਇਜ਼ it is formed by decomposition of laterite. ਲੈਟਰਾਈਟ ਹੈ ਜਿਹੜਾ, ਉਹਦੀ ਡੀਕੰਪੋਜੀਸ਼ਨ ਤੋਂ ਜਿਹੜਾ ਸਾਡੇ ਕੋਲ ਮਟੀਰੀਅਲ ਮਿਲਦਾ ਹੈ ਦੈਟ ਇਜ਼ ਕਾਲਡ ਮੂਰਮ। ਇਹ ਰੈੱਡ ਕਲਰ ਦਾ ਜਨਰਲੀ ਹੁੰਦਾ, ਪਰ ਸਮਟਾਈਮਸ ਇਟ ਇਜ਼ ਆਲਸੋ you can say available in yellow color, ਜਾਂ ਕਹਿ ਲਓ ਉਹਦਾ yellow color ਬਣ ਜਾਂਦਾ। ਬੈਲਸਟ ਨੂੰ ਯੂਜ਼ ਕਰਨ ਦੇ ਲਈ ਬਹੁਤ ਸੌਫਟ ਮਟੀਰੀਅਲ ਆ, ਸੇਮ ਜੋ ਲਾਸਟ ਟਾਈਮ ਆਪਾਂ ਪੜ੍ਹਿਆ। ਅਨਇੰਪੋਰਟੈਂਟ ਟਰੈਕਸ ਤੇ ਸਾਈਡਿੰਗਸ ਦੇ ਵਿੱਚ ਹੀ ਮੂਰਮ ਯੂਜ਼ ਕਰ ਸਕਦੇ ਹਾਂ ਅਸੀਂ ਇਹਨੂੰ, ਐਜ਼ ਏ ਮੇਨ ਟਰੈਕਸ ਦੇ ਵਿੱਚ ਜਾਂ ਕਹਿ ਲਓ ਇੰਪੋਰਟੈਂਟ ਟਰੈਕਸ ਦੇ ਵਿੱਚ ਅਸੀਂ ਯੂਜ਼ ਨਹੀਂ ਕਰ ਸਕਦੇ। ਸੋ ਦਿਸ ਇਜ਼ ਦ ਪਿਕਚਰ ਆਫ ਮੂਰਮ। ਨੈਕਸਟ ਇਜ਼ ਕੰਕਰ। ਨਾ ਹੁਣ ਕੰਕਰ ਕੀ ਹੈ? ਆਪਾਂ ਜ਼ਿਆਦਾਤਰ ਕੰਕਰ ਦਾ ਮਤਲਬ ਛੋਟੇ ਪੱਥਰ ਮੰਨ ਲੈਂਦੇ ਹਾਂ, ਹੁੰਦੇ ਉਹੀ ਨੇ, ਬਟ ਇਟ ਇਜ਼ ਅ ਲਾਈਮ ਐਗਲੋਮੇਰੇਟ ਐਂਡ ਇਜ਼ ਕਾਮਨਲੀ ਫਾਊਂਡ ਇਨ ਸਰਟਨ ਕਲੇਈ ਸੋਇਲਸ। ਕਲੇਈ ਸੋਇਲਸ ਕਿਹੜੀਆਂ ਹੁੰਦੀਆਂ ਨੇ? ਜਿਹਨੂੰ ਅਸੀਂ ਚੀਕਨੀ ਮਿੱਟੀ ਬੋਲ ਦਿੰਦੇ ਹਾਂ, ਜਾਂ ਉਹ ਸੋਇਲਸ, ਜੇ ਅਸੀਂ ਟੈਕਨੀਕਲ ਟਰਮ ਦੇ ਵਿੱਚ ਗੱਲ ਕਰੀਏ, ਉਹ ਸੋਇਲਸ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਸਰੇ ਦੇ ਪਾਰਟੀਕਲਸ ਨੂੰ ਫੜ ਕੇ ਰੱਖਣ ਦੀ ਤਾਕਤ ਹੋਵੇ, ਦੈਟ ਆਰ ਕਲੇਈ ਸੋਇਲਸ, ਜਿਨ੍ਹਾਂ ਨੂੰ ਕੋਹੇਸਿਵ ਸੋਇਲਸ ਵੀ ਬੋਲ ਦਿੰਦੇ ਆ, ਰਾਈਟ। ਲਾਈਮ ਐਗਲੋਮੇਰੇਟ ਮਤਲਬ ਐਗਲੋਮੇਰੇਟ ਰੌਕ ਕੰਸਿਸਟਿੰਗ ਆਫ ਵੋਲਕੈਨਿਕ ਫ੍ਰੈਗਮੈਂਟਸ, ਦੈਟ ਮੀਨਸ ਉਸ ਰੌਕ ਦੇ ਵਿੱਚ, ਲਾਈਮ ਜਾਂ ਕੋਈ ਵੀ ਜਿਹੜਾ ਸਾਡੇ ਕੋਲ ਰੌਕ ਹੈ, ਉਸ ਰੌਕ ਦੇ ਵਿੱਚ ਵੋਲਕੈਨਿਕ ਇਰਪਸ਼ਨ ਦੇ ਨਾਲ ਜਿਹੜੇ ਪਾਰਟੀਕਲਸ ਆਏ ਹੋਣ, ਰਾਈਟ,
ਉਹਨਾਂ ਨੂੰ ਅਸੀਂ ਐਗਲੋਮੇਰੇਟ ਬੋਲਦੇ ਹਾਂ। ਸੋ ਲਾਈਮ ਐਗਲੋਮੇਰੇਟ ਦੇ ਪਾਰਟੀਕਲਸ ਤੋਂ ਜਿਹੜੇ ਸਾਨੂੰ ਸਟੋਨ ਦੇ ਪਾਰਟੀਕਲਸ ਕਹਿ ਲਓ ਜਾਂ ਛੋਟੇ ਛੋਟੇ ਪਾਰਟੀਕਲਸ ਮਿਲਦੇ ਨੇ, ਦੈਟ ਆਰ ਕਾਲਡ ਕੰਕਰ। So it is found in the form of nodules of various sizes. It depends upon कि ਤੁਹਾਡੀ volcanic eruption किस तरीके ਦੇ ਨਾਲ ਹੋਈ ਸੀ, right? किस तरीके ਦਾ ਉਹ material ਹੈ, ਜਾਂ ਕਹਿ ਲਓ ਕਿਸ ਤਰੀਕੇ ਦਾ ਉਹਦਾ sizes ਜਿਹੜੇ ਨੇ ਉਹ depend ਕਰਦੇ ਹੁੰਦੇ ਨੇ ਉਹਦੀ type of rock ਦੀ formation ਦੇ ਉੱਤੇ। So suitability ਕੀ ਹੈ? This type of ballast is used for meter gauge and narrow gauge track। ਜਿੱਥੇ ਸਾਡੇ ਕੋਲ ਬੈਟਰ ਟਾਈਪ ਆਫ ਬੈਲਾਸਟ ਅਵੇਲੇਬਲ ਨਹੀਂ ਹੁੰਦਾ, ਇੱਥੇ ਅਸੀਂ ਮਜਬੂਰੀ ਦੇ ਕਰਕੇ ਪਾ ਦਿੰਦੇ ਹਾਂ, ਜਾਂ ਬ੍ਰੌਡ ਗੇਜ ਦੇ ਵਿੱਚ ਇਟ ਇਜ਼ not used। Next is brick ballast। brick ballast is ਇੱਟਾਂ ਦੀ ਰੋੜੀ ਜਿਹਨੂੰ ਅਸੀਂ ਬੋਲਦੇ ਹਾਂ। ਸੋ brick ballast, ਇੱਟਾਂ ਦੀ ਰੋੜੀ ਅਸੀਂ ਜ਼ਿਆਦਾਤਰ ਆਮ ਸਿੰਪਲ ਇੱਟਾਂ ਦੀ ਨਹੀਂ ਬਣਾਉਂਦੇ, ਇਹ ਹਮੇਸ਼ਾ ਅਸੀਂ ਉਹਨਾਂ ਇੱਟਾਂ ਦੀ ਬਣਾਉਂਦੇ ਹਾਂ, ਪਹਿਲੀ ਗੱਲ ਉਹ ਇੱਟ ਟੁੱਟੀ ਹੋਈ ਹੋਵੇ, ਜ਼ਿਆਦਾਤਰ ਜਿਹੜੀਆਂ ਸੁੱਟੀਆਂ ਪਈਆਂ ਹੁੰਦੀਆਂ ਉਹ। ਦੂਸਰੀ ਚੀਜ਼ ਓਵਰ ਬਰਨਟ ਬ੍ਰਿਕਸ, ਜਿਹੜੀਆਂ ਬ੍ਰਿਕਸ ਸਾਡੇ ਘਰ ਬਣਾਉਣ ਦੇ ਕੰਮ ਨਹੀਂ ਆਉਂਦੀਆਂ, ਓਵਰ ਬਰਨਟ ਹੋਣ, ਜਿਹਨੂੰ ਅਸੀਂ ਝਾਵਾਂ ਬ੍ਰਿਕਸ ਵੀ ਬੋਲ ਦਿੰਦੇ ਹਾਂ, ਰਾਈਟ। ਉਹ ਬ੍ਰਿਕਸ ਜਿਨ੍ਹਾਂ ਦਾ ਕੰਮ ਬਿਲਡਿੰਗ ਦੇ ਵਿੱਚ ਨਹੀਂ ਹੁੰਦਾ, ਉਹ ਬ੍ਰਿਕਸ ਦਾ ਅਸੀਂ ਬੈਲਸਟ ਬਣਾ ਕੇ ਇਨ ਦ ਫਾਰਮ ਆਫ ਬੈਲਸਟ ਅਸੀਂ ਟਰੈਕ ਦੇ ਵਿੱਚ ਯੂਜ਼ ਕਰਦੇ ਹਾਂ। It is very cheap material to be used as ballast। It has got good drainage properties। ਪਾਣੀ ਇਹਦੇ ਵਿੱਚੋਂ ਬਹੁਤ ਛੇਤੀ ਨਿਕਲ ਜਾਂਦਾ, ਬਟ ਇਹਦੇ ਵਿੱਚ ਇੱਕ ਪ੍ਰੋਬਲਮ ਵੀ ਹੈ ਡਰੇਨੇਜ ਪ੍ਰੋਪਰਟੀ, ਕਿ ਇੱਟ ਆ ਜਿਹੜੀ ਪਾਣੀ ਸੋਕਦੀ ਵੀ ਆ ਉਹਦੇ ਵਿੱਚ, ਜੋ ਕਿ ਆਪਾਂ ਪੜ੍ਹਿਆ ਸੀ ਇੱਕ ਗੁੱਡ ਬੈਲਸਟ ਦੀ ਰਿਕੁਆਇਰਮੈਂਟਸ ਦੇ ਵਿੱਚ ਆਪਾਂ ਪੜ੍ਹਿਆ ਸੀ ਇਹ ਨਹੀਂ ਹੋਣਾ ਚਾਹੀਦਾ। So this type of ballast is also used where better type of ballast is not available। ਜਿੱਥੇ ਸਾਡੇ ਕੋਲ ਇਸ ਤੋਂ ਵਧੀਆ ਬੈਲਸਟ ਨਾ ਅਵੇਲੇਬਲ ਹੋਵੇ, ਸਾਨੂੰ ਮਜਬੂਰੀ ਦੇ ਵਿੱਚ ਹੀ ਇਹ ਬੈਲਸਟ ਪਾਣਾ ਪੈਂਦਾ। ਨੈਕਸਟ ਇਜ਼ ਬਲਾਸਟ ਫਰਨੈਸ ਸਲੈਗ। ਇਹ ਤੁਸੀਂ ਕੈਮਿਸਟਰੀ ਦੇ ਵਿੱਚ ਵੀ ਪਹਿਲਾਂ ਪੜ੍ਹਿਆ ਹੋਊਗਾ ਕਿ ਬਲਾਸਟ ਫਰਨੈਸ ਹੁੰਦੀ ਆ, ਉਹਦੇ ਵਿੱਚ ਅਸੀਂ ਕੀ ਆ ਸਟੀਲ ਆਇਰਨ ਬੇਸਿਕਲੀ ਮੈਨੂਫੈਕਚਰ ਕੀਤਾ ਜਾਂਦਾ, ਉਹਦੇ ਤੋਂ ਜਿਹੜਾ ਵੀ ਬਾਕੀ ਕੁਝ ਬਚਦਾ ਜਿਹਨੂੰ ਅਸੀਂ ਰੈਜ਼ੀਡਿਊ ਬੋਲਦੇ ਹਾਂ, ਦੈਟ ਇਜ਼ ਬਲਾਸਟ ਫਰਨੈਸ ਸਲੈਗ। ਉਸ ਸਲੈਗ ਨੂੰ ਜੋ ਅਸੀਂ ਯੂਜ਼ ਕਰਦੇ ਹਾਂ ਐਜ਼ ਏ ਬੈਲਸਟ, ਉਹ ਗੁੱਡ ਬੈਲਸਟ ਦੀਆਂ ਕਰੈਕਟਰਿਸਟਿਕਸ ਨੂੰ ਫੁਲਫਿਲ ਤਾਂ ਕਰਦਾ ਆ, ਪਰ ਇੰਡੀਅਨ ਰੇਲਵੇਜ਼ ਦੇ ਵਿੱਚ ਲਾਰਜ ਕੁਆਂਟਿਟੀ ਦੇ ਵਿੱਚ ਅਵੇਲੇਬਲ ਨਾ ਹੋਣ ਕਰਕੇ ਅਸੀਂ ਇਹ ਯੂਜ਼ ਨਹੀਂ ਕਰਦੇ, ਰਾਈਟ। So it is used, widely used as ballast in foreign country। It is not used in India majorly, but some of the portions of the world ਉੱਥੇ use ਕੀਤਾ ਜਾਂਦਾ, but India ਦੇ ਵਿੱਚ ਇਹ ਹਾਲ ਦੀ ਘੜੀ ਨਹੀਂ use ਕੀਤਾ ਜਾਂਦਾ, ਕਿਉਂਕਿ ਆਪਣੇ ਕੋਲ ਇੱਥੇ ballast furnace ਦੇ ਜਿਹੜੇ ਆ ਸਲੈਗ ਕਹਿ ਲਓ ਅਵੇਲੇਬਲ ਘੱਟ ਨੇ, ਜਾਂ ਫਿਰ ਉਹਨਾਂ ਨੂੰ ਲਿਆਉਣ ਦਾ ਖਰਚਾ, ਉਹਨੂੰ ਪਾਉਣ ਦਾ ਖਰਚਾ, ਉਹ ਸਾਰਾ ਕੁਝ ਆਮ ਦੇ ਨਾਲੋਂ ਜ਼ਿਆਦਾ ਆ। Next is selected earth। Indurated clay and decomposed rock is suitable for use as ballast। Selected earth ਕੀ ਆ? ਜਦੋਂ ਵੀ ਅਸੀਂ ਕੋਈ ਨਵੀਂ ਫਾਰਮੇਸ਼ਨ ਦੇ ਉੱਤੇ ਟਰੈਕ ਲੇ ਕਰਨਾ, ਤੇ ਅਸੀਂ ਕੀ ਕਰਦੇ ਹਾਂ, ਪਹਿਲਾਂ ਹੀ ਬੈਲਸਟ ਪਾਉਣ ਤੋਂ ਪਹਿਲਾਂ ਜਿਹੜੀ ਉਹਦੇ ਥੱਲੇ ਵਾਲੀ ਮਿੱਟੀ ਉਹਨੂੰ ਪ੍ਰੋਪਰ ਕੰਸੋਲੀਡੇਟ ਕੀਤਾ ਜਾਂਦਾ, ਉਹਦੀ ਸਰਫੇਸ ਹਾਰਡ ਬਣਾਈ ਜਾਂਦੀ ਆ, ਤਾਂ ਜੋ ਉਹਦੇ ਉੱਪਰ ਜਿਹੜਾ ਅਸੀਂ ਬੈਲਸਟ ਪਾਵਾਂਗੇ ਉਹ ਸਟੇਬਲ ਹੋਵੇ, ਰਾਈਟ। ਮੇਨ ਆਬਜੈਕਟ ਕੀ ਆ ਸਾਡੇ ਕੋਲੋਂ ਬੈਲਸਟ ਨੂੰ ਅਰਥ ਨੂੰ ਐਜ਼ ਏ ਬੈਲਸਟ ਯੂਜ਼ ਕਰਨ ਦਾ, ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਟਰੈਕ ਨੂੰ ਲੇ ਕਰਤਾ ਪ੍ਰੋਪਰ ਐ ਚੰਗੇ ਤਰੀਕੇ ਦੇ ਨਾਲ, ਥੱਲੇ ਸਾਡੇ ਕੋਲ ਬਹੁਤ ਵਧੀਆ ਜ਼ਮੀਨ ਸੀਗੀ, ਉੱਤੇ ਪੱਥਰ ਕਹਿ ਲਓ ਉਹਦੀ ਹਾਰਡਨੈਸ ਵੀ ਬਹੁਤ ਵਧੀਆ ਸੀ, ਸਾਨੂੰ ਬੈਲਾਸਟ ਦੀ ਲੋੜ ਹੀ ਨਹੀਂ ਪਈ, ਤੇ ਅਸੀਂ ਕੀ ਕਰਦੇ ਹਾਂ ਉਹਦੇ ਤੇ ਰੇਲਵੇ ਟਰੈਕ ਲੇ ਕਰ ਦਿੰਦੇ ਹਾਂ। ਉਸ ਤੋਂ ਬਾਅਦ ਜਦੋਂ ਉਹ ਸੌਫਟ ਫਾਰਮੇਸ਼ਨ ਦੇ ਵਿੱਚ ਉਹ ਸਿੰਕ ਕਰ ਜਾਂਦੀ ਆ, ਤੇ ਉਹਦੇ ਵਿੱਚ ਫਿਰ ਅਸੀਂ ਬੈਲਸਟ ਪ੍ਰੋਵਾਈਡ ਕਰ ਦਿੰਦੇ ਹਾਂ, ਤਾਂ ਜੋ ਜਿਹੜਾ ਸਾਡੇ ਕੋਲੋਂ ਬੈਠਣ ਦੇ ਨਾਲ, ਸਾਡੀ ਸਿੰਕਿੰਗ ਹੋਣ ਦੇ ਨਾਲ ਸਾਡੀ ਜਿਹੜੀ ਫਾਰਮੇਸ਼ਨ ਆ ਖਰਾਬ ਨਾ ਹੋਵੇ, ਇਸ ਕਰਕੇ ਅਸੀਂ ਪਹਿਲਾਂ ਉਹਨੂੰ ਆਪਣੇ ਬੈਲਸਟ ਨੂੰ ਵੇਸਟ ਹੋਣ ਤੋਂ ਬਚਾ ਲੈਂਦੇ ਹਾਂ। ਸੋ ਉਹਨੂੰ ਅਸੀਂ ਫਰਮ ਗਰਾਊਂਡ ਦੇ ਉੱਤੇ ਜਿਹੜਾ ਪ੍ਰੋਵਾਈਡ ਕਰਦੇ ਹਾਂ। ਨੈਕਸਟ ਇਜ਼ these are the type of ballast, right? Broken stone, gravel, ashes or cinders, sand, muram, कंकर, selected earth, brick ballast। Next is sizes of ballast। ਵੁਡਨ ਸਲੀਪਰਸ ਦੇ ਨਾਲ ਜੇ ਤੁਸੀਂ ਟਰੈਕਸ ਬਣਾਓਗੇ ਤਾਂ ਉਹਦਾ ਜਿਹੜਾ ਗੇਜ ਹੈ 51 mm ਐਜ਼ ਪਰ ਸਟੈਂਡਰਡ IS। ਜੇ ਸਟੀਲ ਸਲੀਪਰਸ ਯੂਜ਼ ਕਰੋਗੇ ਤਾਂ ਉਹ 38 mm ਦਾ ਗੇਜ ਹੈ। ਜੇ ਪੁਆਇੰਟਸ ਐਂਡ ਕ੍ਰੋਸਿੰਗਸ ਦੇ ਵਿੱਚ ਯੂਜ਼ ਕਰੋਗੇ ਤਾਂ 25.4 mm ਦਾ ਗੇਜ ਹੈ। ਦੈਟ ਮੀਨਸ ਇਹਨਾਂ ਗੇਜਸ ਦੇ ਅਕੋਰਡਿੰਗਲੀ, ਇਹਨਾਂ ਸਾਈਜ਼ ਦੇ ਅਕੋਰਡਿੰਗਲੀ ਆਪਾਂ ਬੈਲਸਟ ਯੂਜ਼ ਕਰਦੇ ਹਾਂ। ਨੈਕਸਟ ਇਜ਼ ਸੈਕਸ਼ਨ ਆਫ ਬੈਲਸਟ। ਦੈਟ ਮੀਨਸ ਕਿ ਬੈਲਾਸਟ ਚੌੜਾ ਕਿੰਨਾ ਹੋਣਾ ਚਾਹੀਦਾ ਤੇ ਡੂੰਘਾ ਕਿੰਨਾ ਹੋਣਾ ਚਾਹੀਦਾ। BG, MG and NG are broad gauge, meter gauge, narrow gauge।
ਸੋ ਵਿਡਥ ਆਫ ਬੈਲਸਟ ਜਿਹੜਾ 3.35 ਮੀਟਰ ਹੋਣਾ ਚਾਹੀਦਾ ਬ੍ਰੌਡ ਗੇਜ ਲਈ, 2.25 ਮੀਟਰਸ ਫॉर ਮੀਟਰ ਗੇਜ, 1.83 ਮੀਟਰ ਫॉर ਨੈਰੋ ਗੇਜ। ਐਂਡ ਸੇਮ ਜੇ ਡੈਪਥ ਦੀ ਗੱਲ ਕਰੀਏ 200 to 250 mm broad gauge, 150 to 200 mm meter gauge, 150 mm narrow gauge. Next is quantity of ballast. As per standards, gauge ਜਿਹੜਾ ਹੈ gauge ਦੇ accordingly broad gauge, meter gauge ਤੇ narrow gauge ਦੇ accordingly ਜਿਹੜੇ sleepers use ਕੀਤੇ ਜਾਂਦੇ ਨੇ ਉਹ ਉਹਨਾਂ ਦੇ ਸਾਹਮਣੇ ਲਿਖੇ ਹੋਏ ਨੇ। ਨਾਲ ਕੀ ਲਿਖਿਆ ਕਿ ਕਿੰਨਾ ਕੁਆਂਟੀਟੀ ਆਫ ਬੈਲਸਟ ਪਰ ਮੀਟਰ ਰਨ ਦੇ ਵਿੱਚ ਯੂਜ਼ ਕੀਤਾ ਜਾਂਦਾ। ਪਰ ਮੀਟਰ ਰਨ ਕਹਿ ਲਓ 1 ਮੀਟਰ ਦੇ ਵਿੱਚ, ਮਤਲਬ ਜੇ ਤੁਹਾਡੀ ਰੇਲ ਲੈਂਥ, ਜੇ ਅਸੀਂ ਇੱਕ ਅਲੋਂਗ ਲੈਂਥ ਰੇਲ ਨੂੰ 1 ਮੀਟਰ ਗਿਣੀਏ ਤਾਂ ਉਹਦੇ ਵਿੱਚ ਬ੍ਰੌਡ ਗੇਜ ਦੇ ਵਿੱਚ ਜਿਹੜਾ ਮਰਜੀ ਸਲੀਪਰ ਹੋਵੇ, ਚਾਹੇ ਵੁਡਨ ਹੋਵੇ, ਕਾਸਟ ਆਇਰਨ ਹੋਵੇ, ਸਟੀਲ ਹੋਵੇ, ਤਾਂ 1.036 ਕਿਊਬਿਕ ਮੀਟਰ ਇੰਨਾ ਵੋਲਿਊਮ ਪਏਗਾ। ਜੇ ਮੀਟਰ ਗੇਜ ਹੈ ਵੁਡਨ, ਕਾਸਟ ਆਇਰਨ ਤੇ ਸਟੀਲ ਸਲੀਪਰਸ ਲਈ 0.71 ਕਿਊਬਿਕ ਮੀਟਰ। ਨੈਰੋ ਗੇਜ ਦੇ ਲਈ, ਨੈਰੋ ਗੇਜ ਵਿੱਚ ਜ਼ਿਆਦਾਤਰ 99% ਹੀ ਤੁਸੀਂ ਕਹਿ ਸਕਦੇ ਹੋ ਵੁਡਨ ਸਲੀਪਰਸ ਹੀ ਪੈਂਦੇ ਨੇ, ਲੋਹੇ ਦੇ ਸਲੀਪਰਸ ਪੈਂਦੇ ਹੀ ਨਹੀਂ। ਸੋ ਦੈਟਸ ਵਾਈ ਵੁਡਨ ਸਲੀਪਰ ਦੇ ਲਈ ਜੇ ਕੁਆਂਟੀਟੀ ਆਫ ਬਲਾਸਟ ਹੈ ਦੈਟਸ 0.53 ਕਿਊਬਿਕ ਮੀਟਰ। ਸੋ ਚਾਹੇ ਜੇ ਨੈਰੋ ਗੇਜ ਦੇ ਵਿੱਚ ਤੁਸੀਂ ਕਹਿ ਲਓ ਕੋਈ ਹੋਰ ਸਲੀਪਰ ਜੇ ਕਿਤੇ ਪ੍ਰੋਵਾਈਡ ਕੀਤੇ ਵੀ ਹੋਏ ਤਾਂ ਰਿਕਮੈਂਡਡ ਕੁਆਂਟੀਟੀ ਆਫ ਬਲਾਸਟ or the volume of ballast is almost same, right? So thank you, this is for today. Now we have completed our next topic, that is ballast. Thank you.